ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦਾ ਦਿਹਾੜਾ ਸਾਨੂੰ ਅੱਜ ਪ੍ਰਾਪਤ ਹੋ ਰਿਹਾ। ਅੱਜ ਦੇ ਦਿਨ ਮਹਾਰਾਜ ਸਾਹਿਬ ਜੀਆਂ ਨੇ ਸੰਸਾਰ ਨੂੰ ਭਾਗ ਲਾਉਣ ਵਾਸਤੇ ਸੰਸਾਰ ਵਿੱਚ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ 3 ਪੁੱਤਰ ਨੇ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਔਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਬਾਬਾ ਪ੍ਰਿਥੀ ਚੰਦ ਦੇ ਮਨ ਵਿੱਚ ਗੱਲ ਇਹ ਹੈ ਵੀ ਗੁਰਤਾ ਗੱਦੀ ਮੈਨੂੰ ਮਿਲੇ, ਮੈਂ ਗੁਰੂ ਬਣਾ। ਹੁਣੇ ਆਪਾਂ ਬਚਨ ਸਰਵਣ ਕੀਤਾ ਵੀ ਭਾਗਾਂ ਬਿਨਾਂ ਕਿੱਥੇ ਦਾਤ ਮਿਲਦੀ। ਗੁਰੂ ਰਾਮਦਾਸ ਪਿਤਾ ਦਾ ਬਚਨ ਮੰਨਿਆ ਨਹੀਂ, ਉਹ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮੰਨਿਆ। ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰਤਾ ਗੱਦੀ ਤੇ ਸਤਿਗੁਰੂ ਸਾਹਿਬ ਜੀ ਬੈਠੇ। ਪ੍ਰਿਥੀ ਚੰਦ ਦੀ ਪਹਿਲੀ ਆਸ ਟੁੱਟ ਗਈ ਹੈ ਵੀ ਗੁਰਤਾ ਗੱਦੀ ਮੈਨੂੰ ਮਿਲੀ ਨਹੀਂ ਹੈ। ਹੁਣ ਦੂਜੀ ਆਸ ਇਹ ਹੈ ਵੀ ਮੇਰਾ ਪੁੱਤਰ ਹੈ, ਨਾਮ ਹੈ ਮਿਹਰਬਾਨ, ਤੇ ਉਸ ਪੁੱਤਰ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਬੜਾ ਪਿਆਰ ਕਰਦੇ ਆਪਣੇ ਭਤੀਜੇ ਦੇ ਨਾਲ। ਗੁਰਮੁਖੋ ਬਹੁਤ ਆਤ ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੇ 2 ਵਿਆਹ ਹੋਏ ਸਨ। ਪਹਿਲਾ ਵਿਆਹ ਜਿਹੜਾ ਹੈ ਉਹ ਬੀਬੀ ਰਾਮ ਕੌਰ ਉਹਨਾਂ ਦਾ ਨਾਮ ਹੈ। ਪਹਿਲਾਂ ਉਹਨਾਂ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਵਿਆਹ ਹੋਇਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਪਰ ਕਿਸੇ ਕਾਰਨ ਕਰਕੇ ਉਹ ਸਰੀਰ ਛੱਡ ਗਏ। ਤੇ ਫਿਰ ਮਾਤਾ ਗੰਗਾ ਜੀ ਔਰ ਬਾਬਾ ਬੁੱਢਾ ਸਾਹਿਬ ਜੀ ਦੇ ਕਹਿਣ ਕਰਕੇ ਦੁਬਾਰਾ ਵਿਆਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਫਿਰ ਮਾਤਾ ਗੰਗਾ ਜੀ ਦੇ ਨਾਲ ਕਰਵਾਇਆ। ਜਦੋਂ ਮਾਤਾ ਗੰਗਾ ਜੀ ਦੇ ਨਾਲ ਵਿਆਹ ਹੋਇਆ ਤੇ ਪ੍ਰਿਥੀ ਚੰਦ ਉਸ ਵੇਲੇ ਸੋਚਦਾ ਵੀ ਇਹ ਮੇਰੇ ਪੁੱਤਰ ਨੂੰ ਆਪਣੇ ਭਤੀਜੇ ਨਾਲ ਬੜਾ ਨੇਹ ਕਰਦਾ, ਤੇ ਗੁਰਤਾ ਗੱਦੀ ਜੇ ਮੈਨੂੰ ਨਹੀਂ ਮਿਲੀ ਤੇ ਮੇਰੇ ਪੁੱਤਰ ਨੂੰ ਮਿਲੇਗੀ। ਹੁਣ ਇਹ ਪਰਿਵਾਰ ਦੀ ਆਪਣੀ ਵਿਚਾਰ ਹੈ। ਬੇਅੰਤ ਸੰਗਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਆਉਂਦੀਆਂ, ਕੋਈ ਬਸਤਰ ਲੈ ਕੇ ਆਉਂਦਾ, ਕੋਈ ਮਾਇਆ ਲੈ ਕੇ ਆਉਂਦਾ ਹੈ, ਬੜੀਆਂ ਬੜੀਆਂ ਵਸਤੂਆਂ ਆਉਂਦੀਆਂ। ਤੇ ਮਾਤਾ ਗੰਗਾ ਜੀ ਨੇ ਜਾਣਿਆ ਵੀ ਸੰਗਤਾਂ ਬੜੇ ਸੋਹਣੇ ਪਸ਼ਮੀਨੇ ਦੇ, ਰੇਸ਼ਮ ਦੇ ਬਹੁਤ ਕੀਮਤੀ ਬਸਤਰ ਲੈ ਕੇ ਆਈਆਂ ਨੇ। ਅੱਗੇ ਬਰਸਾਤ ਦਾ ਮੌਸਮ ਆ ਰਿਹਾ ਹੈ, ਕਿਉਂ ਨਾ ਹੋਵੇ ਇਹਨਾਂ ਬਸਤਰਾਂ ਨੂੰ ਕੋਠੇ ਤੇ ਉੱਪਰ ਰੱਖ ਕੇ ਧੁੱਪ ਲਵਾਈ ਜਾਵੇ, ਧੂਪ ਵਗੈਰਾ ਦਿੱਤੀ ਜਾਵੇ। ਜਦੋਂ ਮਾਤਾ ਗੰਗਾ ਜੀਆਂ ਨੇ ਉਹ ਬਸਤਰ ਕੱਢ ਕੇ ਉੱਪਰ ਛੱਤ ਦੇ ਸੁੱਕਣੇ ਪਾਉਣ ਵਾਸਤੇ ਰੱਖੇ ਨਾ, ਤੇ ਉਹਨਾਂ ਦੀ ਚਮਕ ਦਮਕ ਜਿਹੜੀ ਹੈ ਗੁਆਂਢੀਆਂ ਦੇ ਘਰ ਵਿੱਚ ਵੀ ਪੈਂਦੀ ਹੈ। ਤੇ ਮਾਤਾ ਗੰਗਾ ਜੀਆਂ ਦੀ ਜਠਾਣੀ ਦਾ ਨਾਮ ਬੀਬੀ ਕਰਮੋ ਹੈ, ਪ੍ਰਿਥੀ ਚੰਦ ਦੀ ਘਰ ਵਾਲੀ। ਜਦੋਂ ਉਹਨੇ ਵੇਖਿਆ ਵੀ ਇੰਨੇ ਕੀਮਤੀ ਬਸਤਰ ਇਹਨਾਂ ਦੇ ਘਰ ਵਿੱਚ ਆਏ ਪਏ ਨੇ, ਮਨ ਵਿੱਚ ਬੜਾ ਕ੍ਰੋਧ ਕਰਦੀ ਹੈ, ਗੁੱਸਾ ਕਰਦੀ ਹੈ ਵੀ ਜੇ ਮੇਰਾ ਪਤੀ ਗੁਰਤਾ ਗੱਦੀ ਤੇ ਬੈਠਾ ਹੁੰਦਾ ਤੇ ਅੱਜ ਆ ਸਾਰੀਆਂ ਚੀਜ਼ਾਂ ਸਾਡੇ ਕੋਲ ਹੋਣੀਆਂ ਸਨ, ਪਰ ਅੱਜ ਇਹ ਗੁਰਤਾ ਗੱਦੀ ਤੇ ਨਹੀਂ ਤੇ ਮੇਰੇ ਸ਼ਰੀਕਾਂ ਦੇ ਘਰ ਵਿੱਚ ਹੈ। ਬੜਾ ਸੜਦੀ ਹੈ। ਜਦੋਂ ਕਿਤੇ ਪ੍ਰਿਥੀ ਚੰਦ ਘਰ ਵਿੱਚ ਆਇਆ ਤੇ ਬੀਬੀ ਕਰਮੋਂ ਲੜਨ ਲੱਗ ਪਈ, ਕਹਿਣ ਲੱਗੀ ਤੁਹਾਡੀ ਨਲਾਇਕੀ ਦੇ ਕਾਰਨ ਤੁਸੀਂ ਗੁਰਤਾ ਗੱਦੀ ਤੇ ਨਹੀਂ ਬੈਠੇ। ਗੁਰਤਾ ਗੱਦੀ ਮੇਰੇ ਸ਼ਰੀਕਾਂ ਦੇ ਘਰ ਵਿੱਚ ਗਈ ਹੈ, ਵੇਖੋ ਉਹਨਾਂ ਦੇ ਘਰ ਵਿੱਚ ਕਿੰਨੇ ਸੋਹਣੇ ਕੱਪੜੇ ਆ ਰਹੇ ਨੇ, ਕਿੰਨੀਆਂ ਸੋਹਣੀਆਂ ਵਸਤੂਆਂ ਆ ਰਹੀਆਂ, ਇਹ ਮੇਰੇ ਘਰ ਵਿੱਚ ਆਉਣੀਆਂ ਚਾਹੀਦੀਆਂ ਜਿਹੜੀਆਂ ਨਹੀਂ ਆਈਆਂ। ਜਦੋਂ ਬੀਬੀ ਕਰਮੋਂ ਨੇ ਇਸ ਤਰ੍ਹਾਂ ਦੇ ਬਚਨ ਕਹੇ ਨਾ, ਤੇ ਉਸ ਵੇਲੇ ਪ੍ਰਿਥੀ ਚੰਦ ਕਹਿਣ ਲੱਗਾ ਫਿਕਰ ਨਾ ਕਰ, ਜੇ ਗੁਰਤਾ ਗੱਦੀ ਮੈਨੂੰ ਨਹੀਂ ਮਿਲੀ ਤੇ ਤਾਂ ਕੀ ਹੋਇਆ, ਇਹ ਗੁਰਤਾ ਗੱਦੀ ਆਪਣੇ ਪੁੱਤਰ ਨੂੰ ਮਿਲੇਗੀ। ਉਹਦਾ ਕਾਰਨ ਇਹ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਪੁੱਤਰ ਪੈਦਾ ਹੋਣਾ ਹੀ ਨਹੀਂ ਹੈ। ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੱਡਾ ਪੁੱਤਰ ਹਾਂ, ਮੈਂ ਇਹ ਸ਼ਰਾਪ ਦਿੰਦਾ ਹਾਂ ਵੀ ਇਹਨਾਂ ਦੇ ਘਰ ਵਿੱਚ ਔਲਾਦ ਹੋਵੇ ਹੀ ਨਾ, ਤੇ ਮੇਰਾ ਬਚਨ ਤੇ ਪੂਰਾ ਹੋਵੇਗਾ। ਆਪਾਂ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਦਵਾ ਕੇ ਸਭ ਕੁਝ ਆਪਣੇ ਕੋਲ ਆ ਜਾ। ਪ੍ਰਿਥੀ ਚੰਦ ਦੇ ਘਰ ਵਿੱਚ ਇੱਕ ਦਾਸੀ ਨੌਕਰਾਨੀ ਕੰਮ ਕਰਦੀ ਆ, ਉਹਨੇ ਸਾਰੀ ਗੱਲ ਸੁਣੀ ਹੈ। ਤੇ ਜਦੋਂ ਆਪਣੇ ਮਹੱਲੇ ਵਿੱਚ ਵਾਪਸ ਗਈ ਨਾ, ਤੇ ਉਹਦੇ ਮਹੱਲੇ ਵਿੱਚ ਇੱਕ ਬੀਬੀ ਹੋਰ ਹੈ ਜਿਹੜੀ ਮਾਤਾ ਗੰਗਾ ਜੀਆਂ ਦੇ ਘਰ ਵਿੱਚ ਸੇਵਾ ਕਰਦੀ ਹੈ, ਉਹ ਵੀ ਦਾਸੀ ਹੈ। ਤੇ ਉਸ ਦਾਸੀ ਨੇ ਮਾਤਾ ਗੰਗਾ ਜੀ ਦੀ ਦਾਸੀ ਨੂੰ ਇਹ ਗੱਲ ਦੱਸੀ ਵੀ ਤੁਹਾਡੇ ਜਿਹੜੇ ਭਰਾ ਨੇ ਬਾਬਾ ਪ੍ਰਿਥੀ ਚੰਦ ਜੀ, ਉਹ ਕਹਿੰਦੇ ਵੀ ਤੁਹਾਡੇ ਘਰ ਵਿੱਚ ਪੁੱਤਰ ਹੀ ਨਹੀਂ ਹੋਣਾ। ਜਦੋਂ ਉਦਾਸੀ ਨੇ ਆ ਕੇ ਗੱਲ ਮਾਤਾ ਗੰਗਾ ਜੀਆਂ ਨੂੰ ਦੱਸੀ, ਗੁਰਮੁਖੋ ਇਹ ਬੋਲੀ ਜਿਹੜੀ ਹੈ ਨਾ ਮਨ ਨੂੰ ਵਿੰਨ ਗਈ, ਹਿਰਦਾ ਚੀਰਿਆ ਗਿਆ। ਇਹ ਗੱਲ ਸੁਣ ਕੇ ਦਿਲ ਪਾੜ ਗਿਆ ਵੀ ਅਜੇ ਤੇ ਅਸੀਂ ਜਿਉਂਦੇ ਹਾਂ, ਇਹ ਪਹਿਲਾਂ ਹੀ ਆਸ ਲਾ ਕੇ ਬੈਠੇ ਵੀ ਇਹ ਛੇਤੀ ਮਾਰੀ ਜਾਣ ਤੇ ਗੁਰਤਾ ਗੱਦੀ ਸਾਨੂੰ ਮਿਲੇ, ਇਹਨਾਂ ਦੇ ਘਰ ਵਿੱਚ ਔਲਾਦ ਹੋਣੀ ਨਹੀਂ ਹੈ। ਇਹ ਗੱਲ ਦਾ ਬੜਾ ਦੁੱਖ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਹਿਰਾਸ ਸਾਹਿਬ ਜੀਆਂ ਦੇ ਪਾਠ ਤੋਂ ਉਪਰੰਤ ਜਿਸ ਵੇਲੇ ਘਰ ਆਏ ਨਾ, ਤੇ ਉਸ ਵੇਲੇ ਮਾਤਾ ਗੰਗਾ ਜੀਆਂ ਨੇ ਬੇਨਤੀ ਕੀਤੀ, ਕਹਿਣ ਲੱਗੀ ਸਤਿਗੁਰੂ
ਆਪ ਜੀ ਕਰਨ ਕਾਰਨ ਸਮਰੱਥ ਹੋ, ਸੰਗਤਾਂ ਨੂੰ ਦਾਤਾਂ ਦਿੰਦੇ ਹੋ, ਕਿਸੇ ਨੂੰ ਧਨ ਦਿੰਦੇ ਹੋ, ਕਿਸੇ ਨੂੰ ਸੁੱਖ ਦਿੰਦੇ ਹੋ, ਕਿਸੇ ਨੂੰ ਪੁੱਤਰ ਦਿੰਦੇ ਹੋ। ਮਹਾਰਾਜ ਕਿਰਪਾ ਕਰਕੇ ਘਰ ਦੇ ਵਿੱਚ ਵੀ ਨਿਗਾਹ ਮਾਰੋ, ਘਰ ਵਿੱਚ ਵੀ ਆਪ ਜੀ ਸੰਤਾਨ ਹੋਣ ਦਾ ਵਰ ਬਖਸ਼ਿਸ਼ ਕਰੋ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਗੰਗਾ ਜੀ ਇਹ ਜਿਹੜੀਆਂ ਸਾਡੇ ਕੋਲ ਦਾਤਾਂ ਨੇ ਨਾ, ਵਰ ਦੇਣ ਦੀਆਂ, ਬਖਸ਼ਿਸ਼ਾਂ ਦੇਣ ਦੀਆਂ, ਇਹ ਦਾਤਾਂ ਸਾਡੇ ਕੋਲ ਸੰਗਤ ਦੀ ਇਮਾਨਤ ਨੇ। ਇਹ ਸੰਗਤ ਵਾਸਤੇ ਵਰਤੀਆਂ ਜਾ ਸਕਦੀਆਂ, ਆਪਣੇ ਵਾਸਤੇ ਨਹੀਂ ਵਰਤਣ ਦਾ ਹੁਕਮ ਹੈ। ਕੁਝ ਸ਼ੰਕਾ ਕਰਨ ਵਾਲੇ ਲੋਕ ਇਹ ਗੱਲ ਕਹਿ ਦਿੰਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਬਾ ਬੁੱਢਾ ਸਾਹਿਬ ਦੇ ਕੋਲ ਹੀ ਕਿਉਂ ਭੇਜਿਆ ਮਾਤਾ ਗੰਗਾ ਜੀਆਂ ਨੂੰ, ਆਪ ਕਿਉਂ ਨਹੀਂ ਵਰ ਦਿੱਤਾ? ਉਹਦਾ ਕਾਰਨ ਇਹ ਹੈ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਹੈਨ ਸਮਰੱਥ, ਜੋ ਚਾਹੁਣ ਉਹ ਕਰ ਸਕਦੇ। ਪਰ ਇਸ ਵੇਲੇ ਇੱਕ ਤੇ ਸਿੱਖ ਨੂੰ ਵਡਿਆਈ ਦੇਣੀ ਹੈ, ਦੂਜਾ ਬਚਨ ਮਹਾਰਾਜ ਜੀਆਂ ਦਾ ਇਹ ਹੈ ਵੀ ਗੁਰੂ ਘਰ ਦੀਆਂ ਦਾਤਾਂ ਬਖਸ਼ਿਸ਼ਾਂ ਜਿਹੜੀਆਂ ਨੇ ਸੰਗਤ ਵਾਸਤੇ ਸਾਨੂੰ ਇਮਾਨਤ ਮਿਲੀ ਹੋਈ ਹੈ, ਸੰਗਤ ਵਾਸਤੇ ਵਰਤਣੀਆਂ, ਘਰ ਵਾਸਤੇ ਨਹੀਂ। ਫਿਰ ਮਾਤਾ ਗੰਗਾ ਜੀਆਂ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਫਿਰ ਕੋਈ ਰਾਹ ਪਾਓ, ਫਿਰ ਕਿਰਪਾ ਕਰੋ ਕਿਵੇਂ ਦਾਤ ਮਿਲੇ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਨੇ ਨਾ 4 ਸਤਿਗੁਰਾਂ ਦੇ ਦਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ, ਪੂਰਨ ਬ੍ਰਹਮ ਗਿਆਨੀ ਗੁਰਸਿੱਖ ਨੇ, ਜਿਨ੍ਹਾਂ ਨੇ ਦਰਸ਼ਨ ਹੀ ਨਹੀਂ ਕੀਤੇ, ਬਚਨ ਵੀ ਨਾਲ ਕਮਾਏ ਨੇ। ਗੰਗਾ ਜੀ ਉਹਨਾਂ ਦੀ ਸ਼ਰਨ ਵਿੱਚ ਜਾਓ, ਉਹਨਾਂ ਦੇ ਕੋਲੋਂ ਵਰ ਪ੍ਰਾਪਤ ਹੋਵੇਗਾ, ਉਹਨਾਂ ਦਾ ਬਚਨ ਦੁਨੀਆ ਤੇ ਮੋੜ ਕੋਈ ਨਹੀਂ ਸਕੇਗਾ। ਮਾਤਾ ਗੰਗਾ ਜੀਆਂ ਨੇ ਬਚਨ ਸੁਣੇ। ਅਗਲੇ ਦਿਨ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਰੱਥ ਦੇ ਵਿੱਚ ਪ੍ਰਸ਼ਾਦਾ ਪਾਣੀ ਰੱਖਿਆ, ਕੁਝ ਨਾਲ ਸੇਵਕ ਲੈ ਕੇ ਮਾਤਾ ਗੰਗਾ ਜੀ ਅੰਮ੍ਰਿਤਸਰ ਤੋਂ ਚੱਲੇ ਬੀੜ ਸਾਹਿਬ ਦੇ ਸਥਾਨ ਬਾਬਾ ਬੁੱਢਾ ਸਾਹਿਬ ਦੇ, ਜਿੱਥੇ ਉਹ ਖੇਤੀਬਾੜੀ ਦੀ ਰਖਵਾਲੀ ਕਰਦੇ ਸਨ, ਖੇਤੀਬਾੜੀ ਦੇਖਦੇ ਚੱਲ ਪਏ। ਤੇ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਦੇ ਸਥਾਨ ਤੇ ਇਕੱਲੇ ਨਹੀਂ ਰਹਿੰਦੇ, ਕਈ ਸਾਧੂ ਸੰਤ ਇਹਨਾਂ ਦੀ ਸੰਗਤ ਵਿੱਚ ਉੱਥੇ ਬੈਠੇ ਨਾਮ ਜਪਿਆ ਕਰਦੇ। ਜਦੋਂ ਮਾਤਾ ਗੰਗਾ ਜੀ ਰਾਸਤੇ ਚੜ੍ਹ ਕੇ ਨਾਲ ਸੇਵਕ ਦਾਸ ਲੈ ਕੇ ਪਹੁੰਚੇ ਨਾ, ਤੇ ਕਹਿਣ ਲੱਗੇ ਵੀ ਸਮਾਂ ਦੁਪਹਿਰ ਦਾ, ਪੰਛੀ ਵਿਚਾਰੇ ਰੁੱਖਾਂ ਤੇ ਆਰਾਮ ਕਰਦੇ ਪਏ। ਜਦੋਂ ਰੱਥ ਦੇ ਚੱਲਣ ਦੀ ਆਵਾਜ਼, ਘੋੜਿਆਂ ਦੇ ਹਿਣਕਣ ਦੀ ਆਵਾਜ਼ ਆਈ, ਉਹ ਪੰਛੀ ਇੱਕੇ ਵਾਰੀ ਉੱਡ ਪਏ ਰੁੱਖਾਂ। ਹਿਰਨਾਂ ਦੀਆਂ ਡਾਰਾਂ ਇੱਧਰ ਉੱਧਰ ਭੱਜੀਆਂ ਫਿਰਦੀਆਂ। ਬਾਬਾ ਬੁੱਢਾ ਸਾਹਿਬ ਜੀ ਨੇ ਸੁਭਾਵਿਕ ਹੀ ਪੁੱਛਿਆ, ਕਹਿਣ ਲੱਗੇ ਕੌਣ ਆਇਆ ਭਾਈ, ਜਿਹਨੇ ਪੰਛੀ ਵੀ ਡਰਾ ਦਿੱਤੇ ਨੇ, ਜਾਨਵਰ ਵੀ ਭੱਜੇ ਫਿਰਦੇ ਨੇ, ਕੀ ਵਰਤਾਰਾ ਵਰਤਿਆ ਹੈ? ਜਦੋਂ ਇਹ ਗੱਲ ਬਾਬਾ ਬੁੱਢਾ ਸਾਹਿਬ ਨੇ ਪੁੱਛੀ ਹੈ ਤੇ ਕਹਿਣ ਲੱਗੇ, ਇੱਕ ਸੇਵਕ ਨੇ ਉੱਚੀ ਥਾਂ ਤੇ ਚੜ੍ਹ ਕੇ ਵੇਖਿਆ ਤੇ ਪਹਿਚਾਨ ਕੇ ਦੱਸਿਆ। ਕਹਿਣ ਲੱਗੇ, ਬਾਬਾ ਜੀ ਮਾਤਾ ਗੰਗਾ ਜੀ ਆ ਰਹੇ ਨੇ ਨਾਲ ਸੇਵਕਾਂ ਨੂੰ ਲੈ ਕੇ। ਜਦੋਂ ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਸੁਣੇ ਤੇ ਸੁਭਾਵਿਕ ਹੀ ਸਾਧੂ ਬੋਲੇ, ਸਹਿਜ ਸੁਭਾਏ, ਸੁਭਾਵਿਕ ਮੁਖੋਂ ਬਚਨ ਨਿਕਲ ਗਿਆ। ਕਹਿਣ ਲੱਗੇ, ਗੁਰੂ ਕਿਆਂ ਨੂੰ ਕਿੱਧਰ ਅੱਜ ਭਾਜੜ ਪਈ ਹੋਈ ਹੈ। ਇੰਨੇ ਚਿਰ ਨੂੰ ਮਾਤਾ ਗੰਗਾ ਜੀ ਕੋਲ ਚਲੇ ਗਏ। ਕਹਿਣ ਲੱਗੇ, ਪ੍ਰਸ਼ਾਦਾ ਲੈ ਕੇ ਆਏ ਆਪ ਜੀ, ਪ੍ਰਸ਼ਾਦਾ ਛਕੋ। ਪ੍ਰਸ਼ਾਦਾ ਛਕਾਇਆ ਤੇ ਉਸ ਵੇਲੇ ਪੁੱਤਰ ਦੀ ਜਾਚਨਾ ਦੀ ਮੰਗ ਕੀਤੀ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਮਾਤਾ ਜੀ ਮੈਂ ਕੌਣ ਹੁੰਦਾ ਹਾਂ ਪੁੱਤਰ ਦੀ ਦਾਤ ਦੇਣ ਵਾਲਾ? ਮੈਂ ਤੇ ਗੁਰੂ ਘਰ ਦਾ ਇੱਕ ਘਾਈ ਸਿੱਖ ਹਾਂ, ਮੇਰਾ ਕੰਮ ਤੇ ਘਾਹ ਵੱਢਣਾ ਹੈ, ਮੇਰਾ ਕੰਮ ਤੇ ਫਸਲਾਂ ਬੀਜਣੀਆਂ, ਮੈਂ ਤੇ ਗੁਰੂ ਘਰ ਦਾ ਇੱਕ ਸੇਵਾਦਾਰ, ਤੁਸੀਂ ਉਹ ਗੁਰੂ ਘਰ ਦੇ ਮਾਲਕ। ਮਾਤਾ ਜੀ ਮੈਂ ਤੁਹਾਨੂੰ ਵਰ ਕਿਵੇਂ ਦੇ ਸਕਦਾ? ਮੈਂ ਤੇ ਇੱਕ ਸੇਵਕ ਹਾਂ, ਸੇਵਕਾਂ ਦੇ ਕੋਲੋਂ ਮਾਲਕਾਂ ਨੂੰ ਥੋੜ੍ਹੀ ਵਰ ਮਿਲਦਾ, ਮੇਰੇ ਕੋਲ ਏਡੀ ਵੱਡੀ ਦਾਤ ਨਹੀਂ ਹੈ। ਇਹ ਬਚਨ ਕੀਤਾ। ਮਾਤਾ ਗੰਗਾ ਜੀ ਦਾ ਉਸ ਵੇਲੇ ਮਨ ਜਿਹੜਾ ਉਦਾਸ ਹੋ ਗਿਆ, ਜਿਹੜੀ ਦਾਤ ਲੈਣ ਵਾਸਤੇ ਆਏ ਉਹ ਮਿਲੀ ਨਹੀਂ ਹੈ, ਵਾਪਸ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਆਖਿਆ? ਤੇ ਸਾਰਾ ਬਚਨ ਦੱਸਿਆ ਕਿ ਪਹਿਲਾ ਬਚਨ ਤੇ ਇਹ ਹੋਇਆ ਵੀ ਗੁਰੂ ਕਿਆਂ ਨੂੰ ਭਾਜੜ ਪੈ ਗਈ ਹੈ, ਦੂਜਾ ਬਚਨ ਇਹ ਹੈ ਵੀ ਅਸੀਂ ਤੇ ਘਾਹ ਵੱਢਣ ਵਾਲੇ ਸੇਵਾਦਾਰ ਹਾਂ, ਸਾਡੇ ਕੋਲ ਪੁੱਤਰ ਕਿੱਥੋਂ ਤੇ ਅਸੀਂ ਦੇ ਕਿਵੇਂ ਸਕਦੇ ਹਾਂ? ਇਹ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਕਿਰਪਾ ਕਰ ਸਕਦੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੁੱਛਿਆ, ਤੁਸੀਂ ਕਿਵੇਂ ਗਏ ਸੀ? ਦੱਸਿਆ ਵੀ ਰਾਸਤੇ ਚੜ੍ਹ ਕੇ ਗਏ, ਸੇਵਕ ਦਾਸ ਨਾਲ ਲੈ ਕੇ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਗੰਗਾ ਜੀ ਜਦੋਂ ਲੈਣ ਵਾਸਤੇ ਜਾਈਏ ਨਾ, ਉਦੋਂ ਰਾਜੇ ਬਣ ਕੇ ਨਹੀਂ ਜਾਈਦਾ ਹੈ, ਉਦੋਂ ਸੇਵਕ ਬਣ ਕੇ ਜਾਈਦਾ, ਨਿਮਰਤਾ ਦੇ ਨਾਲ ਨੀਵੇਂ ਹੋ ਕੇ ਜਾਈਦਾ, ਤਾਂ ਕੁਝ ਮਿਲਦਾ ਹੈ। ਵੱਡੇ ਬਣ ਕੇ ਜਾਈਏ ਫਿਰ ਮਿਲਦਾ ਨਹੀਂ, ਸਗੋਂ ਮਿਲਿਆ ਹੋਇਆ ਵੀ ਚਲੇ ਜਾਂਦਾ ਹੈ। ਫਿਰ ਮਹਾਰਾਜ ਜੀਆਂ ਨੇ ਦੱਸਿਆ, ਕਹਿਣ ਲੱਗੇ ਅੱਧੀ ਕਣਕ ਲੈ ਕੇ, ਅੱਧੇ ਚਣੇ ਲੈ ਕੇ, ਉਹਨਾਂ ਨੂੰ ਇਕੱਠੇ ਕਰਕੇ ਆਪ ਚੱਕੀ ਦੇ ਨਾਲ ਪੀਸੋ, ਉਹਦਾ ਆਟਾ ਪੀਸ ਕੇ
ਇਸ਼ਨਾਨ ਕਰਕੇ, ਕੇਸੀ ਇਸ਼ਨਾਨ ਕਰਕੇ ਫਿਰ ਉਸ ਦੇ ਪ੍ਰਸ਼ਾਦੇ ਬਣਾਓ। ਲੱਸੀ ਤੇ ਦਹੀਂ ਤਿਆਰ ਕਰੋ, ਨਾਲ ਕੁਝ ਪਿਆਜ਼ ਲੈ ਲੈਣੇ, ਕੁਝ ਅਚਾਰ ਲੈ ਲੈਣਾ। ਇਸ ਤਰ੍ਹਾਂ ਦੀ ਭਾਵਨਾ ਦੇ ਨਾਲ ਬਾਣੀ ਪੜ੍ਹਦਿਆਂ ਪ੍ਰਸ਼ਾਦਾ ਤਿਆਰ ਕਰਕੇ, ਰਾਜਿਆਂ ਵਾਂਗ ਨਹੀਂ, ਸੇਵਕਾਂ ਦੇ ਵਾਂਗ, ਲੈਣ ਵਾਲਿਆਂ ਦੇ ਵਾਂਗ ਪੈਦਲ ਚੱਲ ਕੇ ਜਾਓਗੇ, ਤੁਹਾਡੀ ਮੁਰਾਦ ਜ਼ਰੂਰ ਪੂਰੀ ਹੋਵੇਗੀ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਬਚਨ ਸੁਣ ਕੇ ਮਾਤਾ ਗੰਗਾ ਜੀ ਨੇ ਇਸੇ ਤਰ੍ਹਾਂ ਕੀਤਾ। ਆਪ ਆਪਣੇ ਹੱਥਾਂ ਨਾਲ ਗੁਰਮੁਖੋ ਚੱਕੀ ਚਲਾ ਕੇ ਆਟਾ ਪੀਸਿਆ। ਜਿਨ੍ਹਾਂ ਦੇ ਇੱਕ ਇਸ਼ਾਰੇ ਦੇ ਨਾਲ ਨੌਕਰ ਦਾਸ ਦਾਸੀਆਂ ਅੱਗੇ ਪਿੱਛੇ ਦੌੜੇ ਫਿਰਦੇ, ਅੱਜ ਮਾਤਾ ਜੀ ਆਪ ਹੱਥਾਂ ਨਾਲ ਚੱਕੀ ਚਲਾ ਕੇ ਆਟਾ ਪੀਂਦੇ ਪਏ। ਪ੍ਰਸ਼ਾਦਾ ਤਿਆਰ ਕੀਤਾ, ਦਹੀਂ ਲੱਸੀ ਤਿਆਰ ਕੀਤੀ ਹੈ, ਕੁਝ ਪਿਆਜ਼ ਨਾਲ ਲੈ ਕੇ ਪ੍ਰਸ਼ਾਦਾ ਤਿਆਰ ਕਰਕੇ ਪ੍ਰਸ਼ਾਦੇ ਦੀ ਟੋਕਰੀ ਆਪਣੇ ਸਿਰ 'ਤੇ ਰੱਖੀ ਹੈ। ਦਾਸ ਦਾਸੀਆਂ ਨਾਲ ਚੱਲਣ ਵਾਸਤੇ ਤਿਆਰ ਹੋਏ। ਸਾਰਿਆਂ ਨੂੰ ਮਨਾ ਕੀਤਾ, ਨਹੀਂ ਅਸੀਂ ਨਾਲ ਨਹੀਂ ਕਿਸੇ ਨੂੰ ਲੈ ਕੇ ਜਾਵਾਂਗੇ। ਕੇਵਲ ਇੱਕ ਦਾਸੀ ਮਾਤਾ ਗੰਗਾ ਜੀਆਂ ਨੇ ਨਾਲ ਲਈ ਹੈ, ਪੈਰੋਂ ਜੋੜਾ ਵੀ ਉਤਾਰਿਆ। ਦਾਤ ਲੈਣ ਵਾਸਤੇ ਜਾਣਾ ਹੈ ਤੇ ਮਨ ਵਿੱਚ ਸ਼ਰਧਾ ਵੀ ਤੇ ਹੋਣੀ ਚਾਹੀਦੀ ਹੈ ਨਾ। ਅਸੀਂ ਤੇ ਗੁਰੂ ਘਰੇ ਆਈਏ ਤੇ ਸਾਨੂੰ ਤੇ ਜਰਾਬਾਂ ਲਾਉਣੀਆਂ ਇੱਥੇ ਔਖੀਆਂ ਹੋ ਜਾਂਦੀਆਂ। ਅਸੀਂ ਕਿੰਤੂ ਪਰੰਤੂ ਕਰਦੇ ਵੀ ਤੁਸੀਂ ਇਹ ਸਾਨੂੰ ਕਿਉਂ ਗੱਲ ਕਹਿੰਦੇ ਹੋ, ਫਲਾਣੇ ਗੁਰਦੁਆਰੇ ਵਿੱਚ ਤੇ ਮਨਾ ਨਹੀਂ ਕੀਤਾ ਜਾਂਦਾ, ਤੁਸੀਂ ਕਿਉਂ ਕਰਦੇ ਹੋ? ਸਾਡੇ ਵਾਸਤੇ ਤੇ ਇੰਨਾ ਕੰਮ ਕਰਨਾ ਔਖਾ। ਤੇ ਕਦੇ ਧਿਆਨ ਕਰਿਓ ਮਾਤਾ ਗੰਗਾ ਜੀਆਂ ਦੇ ਜੀਵਨ ਵੱਲ। ਅੰਮ੍ਰਿਤਸਰ ਤੋਂ ਚੱਲ ਕੇ ਬੀੜ ਸਾਹਿਬ ਦੇ ਸਥਾਨ 'ਤੇ ਜਾਣਾ, ਕਈ ਮੀਲ ਦਾ ਸਫ਼ਰ, ਕੱਚੇ ਰਾਹ ਨੇ, ਰੋਡ ਕੰਕਰ ਵੀ ਹੋਣਗੇ। ਪੈਰੀ ਜੋੜਾ ਨਹੀਂ ਪਾਇਆ, ਨੰਗੇ ਪੈਰੀ ਆਪਣੇ ਸਿਰ 'ਤੇ ਪ੍ਰਸ਼ਾਦਿਆਂ ਦਾ ਟੋਕਰੀ ਲੈ ਕੇ ਨਾਲ ਇੱਕ ਸੇਵਕ ਦਾਸੀ ਨੂੰ ਲੈ ਕੇ ਚੱਲ ਪਏ। ਚਲਦਿਆਂ ਚਲਦਿਆਂ ਕਹਿਣ ਲੱਗੇ, ਇੰਨੇ ਚਿਰ ਨੂੰ ਦੁਪਹਿਰ ਦਾ ਸਮਾਂ ਹੋ ਗਿਆ। ਦੁਪਹਿਰ ਵੇਲੇ ਮਾਤਾ ਗੰਗਾ ਜੀ ਜਿਸ ਵੇਲੇ ਪਹੁੰਚੇ, ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਮਾਤਾ ਜੀ ਆਏ ਨੇ। ਆਪ ਅੱਗੋਂ ਉੱਠ ਕੇ ਉਹ ਪ੍ਰਸ਼ਾਦਾ ਦਾ ਟੋਕਰਾ ਜਿਹੜਾ ਸਿਰ 'ਤੇ ਰੱਖਿਆ ਸੀ ਨਾ, ਬਾਬਾ ਬੁੱਢਾ ਸਾਹਿਬ ਨੇ ਆਪ ਅੱਗੋਂ ਹੋ ਕੇ ਆਪਣਾ ਹੱਥ ਪਾ ਕੇ ਉਤਾਰਿਆ। ਪੁੱਛਿਆ ਮਾਤਾ ਜੀ ਕੀ ਹੈ? ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਹੈ। ਬੜੇ ਖੁਸ਼ ਹੋ ਕੇ ਕਹਿਣ ਲੱਗੇ, ਪੁੱਤਰ ਨੂੰ ਭੁੱਖ ਲੱਗੀ ਹੋਵੇ ਤੇ ਕੇਵਲ ਇੱਕ ਮਾਂ ਹੀ ਜਾਣ ਸਕਦੀ ਹੈ। ਸਾਨੂੰ ਇਸ ਵੇਲੇ ਡਾਢੀ ਭੁੱਖ ਲੱਗੀ ਹੈ, ਤੁਸੀਂ ਸਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆਏ ਹੋ। ਕੋਲ ਬੈਠ ਗਏ, ਪ੍ਰਸ਼ਾਦਾ ਆਪਣੇ ਹੱਥ 'ਤੇ ਰੱਖਿਆ ਹੈ, ਬੜੀ ਮੌਜ ਦੇ ਨਾਲ ਛਕਦੇ ਪਏ, ਬੜੇ ਪ੍ਰਸੰਨ ਹੁੰਦੇ ਪਏ। ਮਾਤਾ ਗੰਗਾ ਜੀ ਨੇ ਵੇਖਿਆ ਵੀ ਹੁਣ ਇਹ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ। ਪ੍ਰਸ਼ਾਦਾ ਛਕਦਿਆਂ ਫਿਰ ਬੇਨਤੀ ਕੀਤੀ, ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਡੇ ਕੋਲੋਂ ਪੁੱਤਰ ਦੀ ਜਾਚਨਾ ਲੈਣ ਵਾਸਤੇ ਹਾਜ਼ਰ ਹੋਏ ਹਾਂ, ਸਾਡੇ 'ਤੇ ਕਿਰਪਾ ਕਰੋ। ਜਦੋਂ ਇਹ ਬਚਨ ਸੁਣਿਆ, ਇਤਿਹਾਸਕਾਰ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਪਿਆਜ਼ ਆਪਣੇ ਹੱਥ ਵਿੱਚ ਲੈ ਕੇ ਗੋਡੇ 'ਤੇ ਰੱਖ ਕੇ ਉਹਦੇ ਉੱਪਰ ਦੀ ਜ਼ੋਰ ਦੀ ਮੁੱਕੀ ਮਾਰ ਕੇ ਪਿਆਜ਼ ਨੂੰ ਭੰਨਿਆ। ਨਾਲ ਹੀ ਮੁਖੋਂ ਬਚਨ ਨਿਕਲ ਗਿਆ, ਕਹਿਣ ਲੱਗੇ ਮਾਤਾ ਜੀ ਐਸਾ ਬਲੀ ਪੁੱਤਰ ਪੈਦਾ ਹੋਵੇਗਾ ਜਿਵੇਂ ਅਸੀਂ ਇਹ ਪਿਆਜ਼ ਭੰਨਿਆ, ਤੁਹਾਡਾ ਪੁੱਤਰ ਐਸੇ ਤਰ੍ਹਾਂ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ। ਇਹ ਪਹਿਲਾ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਆਪਣੇ ਮੁਖ ਤੋਂ ਉਸ ਵੇਲੇ ਬਖਸ਼ਿਸ਼ ਕੀਤਾ। ਕਹਿਣ ਲੱਗੇ ਇੰਨੇ ਚਿਰ ਨੂੰ ਨਿੱਕਾ ਨਿੱਕਾ ਮੀਂਹ ਪੈਂਦਾ ਪਿਆ। ਦੂਜਾ ਬਚਨ ਆ ਗਿਆ, ਕਹਿਣ ਲੱਗੇ ਜਿਵੇਂ ਨਿੱਕੇ ਨਿੱਕੇ ਮੀਂਹ ਦੀਆਂ ਬੂੰਦਾਂ ਪੈਂਦੀਆਂ ਪਈਆਂ, ਧਰਤੀ ਨੂੰ ਸੁੱਖ ਦਿੰਦੀਆਂ ਪਈਆਂ, ਤੁਹਾਡਾ ਪੁੱਤਰ ਐਸੇ ਤਰ੍ਹਾਂ ਸੰਗਤਾਂ ਨੂੰ ਉਪਦੇਸ਼ ਦੇ ਕਰਕੇ ਸੁਖ ਦਿਆ ਕਰੇਗਾ। ਸੰਗਤਾਂ ਉਹਨਾਂ ਦੇ ਬਚਨ ਸਰਵਣ ਕਰਿਆ ਕਰਨਗੇ। ਬੱਦਲ ਗੱਜਿਆ ਹੈ, ਗੜਗੜ ਦੀ ਆਵਾਜ਼ ਆਈ। ਤੀਜਾ ਬਚਨ ਮੁਖੋਂ ਨਿਕਲ ਗਿਆ, ਕਹਿਣ ਲੱਗੇ ਜਿਵੇਂ ਅੱਜ ਬੱਦਲ ਗੱਜਦੇ ਪਏ, ਤੁਹਾਡੇ ਪੁੱਤਰ ਦੇ ਇਸ ਤਰ੍ਹਾਂ ਨਗਾਰੇ ਵੱਜਿਆ ਕਰਨਗੇ, ਨਗਾਰੇ ਗੱਜਿਆ ਕਰਨਗੇ, ਇਸ ਤਰ੍ਹਾਂ ਦਾ ਬਹਾਦਰ ਪੁੱਤਰ ਹੋਵੇਗਾ। ਆਕਾਸ਼ ਦੇ ਵਿੱਚੋਂ ਬਿਜਲੀ ਚਮਕੀ ਹੈ, ਬਿਜਲੀ ਚਮਕਣ ਦੇ ਨਾਲ ਇੱਕੇ ਵਾਰੀ ਚਾਨਣ ਹੋਇਆ। ਚੌਥਾ ਬਚਨ ਮੁਖੋਂ ਆਖਿਆ, ਕਹਿਣ ਲੱਗੇ ਜਿਸ ਤਰ੍ਹਾਂ ਅੱਜ ਬੱਦਲਾਂ ਵਿੱਚੋਂ ਬਿਜਲੀ ਪ੍ਰਕਾਸ਼ ਕਰਦੀ ਹੈ, ਇਸੇ ਤਰ੍ਹਾਂ ਤੁਹਾਡੇ ਪੁੱਤਰ ਦੀਆਂ ਤਲਵਾਰਾਂ ਜੰਗ ਮੈਦਾਨ ਦੇ ਵਿੱਚ ਲਿਸ਼ਕਿਆ ਕਰਨਗੇ। ਚੌਥਾ ਬਚਨ ਜਿਸ ਵੇਲੇ ਮੁਖੋਂ ਨਿਕਲਿਆ ਤੇ ਪੰਜਵਾਂ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ। ਕਹਿਣ ਲੱਗੇ ਮਾਤਾ ਗੰਗਾ ਜੀ ਤੁਸੀਂ ਗੁਰਤਾ ਗੱਦੀ ਦਾ ਵਾਰਸ ਪੁੱਤਰ ਲੈਣ ਵਾਸਤੇ ਆਏ ਹੋ। ਤੁਹਾਡਾ ਪੁੱਤਰ ਗੁਰਤਾ ਗੱਦੀ ਦਾ ਨਹੀਂ ਬਲਕਿ ਤਖਤਾਂ ਦਾ ਵੀ ਮਾਲਕ ਹੋਵੇਗਾ, ਤਖਤ ਰਚ ਕੇ ਉਹਦੇ ਉੱਪਰ ਬੈਠੇਗਾ। ਇਹ 5 ਵਾਰ ਜਿਹੜੇ ਸਨ ਆਪਣੇ ਮੁਖ ਤੋਂ ਉਸ ਵੇਲੇ ਬਖਸ਼ਿਸ਼ ਕੀਤੇ। ਮਾਤਾ ਗੰਗਾ ਜੀ ਇਹ ਵਰ ਲੈ ਕੇ ਵਾਪਸ ਮੁੜੇ। ਸਰੀਰ ਥੱਕਿਆ ਹੋਇਆ, ਪੈਰਾਂ ਵਿੱਚ ਛਾਲੇ ਪੈ ਗਏ,
ਪੈਦਲ ਚੱਲ ਕੇ ਆਏ, ਪੈਦਲ ਚੱਲ ਕੇ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਪੁੱਛਿਆ ਵੀ ਹੁਣ ਬਾਬਾ ਜੀ ਨੇ ਕੀ ਆਖਿਆ। ਸਾਰੀਆਂ ਗੱਲਾਂ ਉਸ ਵੇਲੇ ਦੱਸ ਦਿੱਤੀਆਂ। ਬੜੀ ਪ੍ਰਸੰਨਤਾ ਦੇ ਨਾਲ ਵੀ ਉਹਨਾਂ ਨੇ ਸਾਨੂੰ ਵਰ ਬਖਸ਼ਿਸ਼ ਕਰ ਦਿੱਤਾ। ਹੁਣ ਸਤਿਗੁਰੂ ਜੀ ਆਪਣੇ ਸਿੱਖ ਦੇ ਦੋਵੇਂ ਹੀ ਬਚਨ ਪੂਰੇ ਕਰਨੇ ਚਾਹੁੰਦੇ। ਪਹਿਲਾ ਬਚਨ ਇਹ ਸੀ ਵੀ ਗੁਰੂ ਕਿਆਂ ਨੂੰ ਭਾਜੜ ਪਈ ਹੈ। ਉਹ ਬਚਨ ਪੂਰਾ ਕਰਨ ਵਾਸਤੇ ਮਹਾਰਾਜ ਨੇ ਬਹਾਨਾ ਬਣਾਇਆ। ਜਹਾਂਗੀਰ ਦਾ ਵਜ਼ੀਰ ਨਾਮ ਹੈ, ਸੁਲਹੀ ਖਾਨ ਫੌਜ ਲੈ ਕੇ ਚੜ੍ਹਿਆ। ਸਿੱਖਾਂ ਨੇ ਦੱਸਿਆ ਮਹਾਰਾਜ ਸੁਲਹੀ ਖਾਨ ਆ ਰਿਹਾ। ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਪੂਰਾ ਕਰਨ ਵਾਸਤੇ ਅੰਮ੍ਰਿਤਸਰ ਨੂੰ ਛੱਡ ਕੇ ਵਡਾਲੀ ਚਲੇ ਗਏ। ਭਾਗੂ ਚੌਧਰੀ ਨਾਮ ਦਾ ਵਿਅਕਤੀ ਹੈ ਵਡਾਲੀ ਦੇ ਵਿੱਚ। ਉਹਨੇ ਆਖਿਆ ਮਹਾਰਾਜ ਮੇਰੀ ਹਵੇਲੀ ਵਿੱਚ ਆਪ ਜੀ ਆ ਕੇ ਨਿਵਾਸ ਕਰੋ। ਸਤਿਗੁਰੂ ਜੀ ਭਾਗੂ ਜਿਹੜਾ ਨਾਮ ਦਾ ਚੌਧਰੀ ਹੈ, ਭਾਗੂ ਚੌਧਰੀ, ਉਹਦੀ ਹਵੇਲੀ ਵਿੱਚ ਜਾ ਕੇ ਨਿਵਾਸ ਕੀਤਾ। ਕੁਝ ਮਹੀਨੇ ਮਹਾਰਾਜ ਸਾਹਿਬ ਜੀ ਇੱਥੇ ਰਹੇ। ਬਾਬਾ ਬੁੱਢਾ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਵਰ ਜਦੋਂ ਉਹਨਾਂ ਦੇ ਪੂਰੇ ਹੋਣ ਦਾ ਸਮਾਂ ਆਇਆ, ਪਰਿਵਾਰ ਦੇ ਵਿੱਚ, ਨਗਰ ਦੇ ਵਿੱਚ ਬੜੀਆਂ ਖੁਸ਼ੀਆਂ ਉਸ ਵੇਲੇ ਮਨਾਈਆਂ ਜਾ ਰਹੀਆਂ। ਗੁਰਮੁਖੋ ਜਿਹੜਾ ਦਿਹਾੜਾ ਅੱਜ ਆਪਾਂ ਨੂੰ 21 ਹਾੜ ਦਾ ਪ੍ਰਾਪਤ ਹੋ ਰਿਹਾ ਹੈ, ਮਾਤਾ ਗੰਗਾ ਜੀਆਂ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ। ਅੱਜ ਦੇ ਦਿਨ ਮਹਾਰਾਜ ਸਾਹਿਬ ਜੀ ਵਡਾਲੀ ਨਗਰ ਨੂੰ ਭਾਗ ਲਾਉਂਦੇ ਪਏ। ਇਸ ਤਰ੍ਹਾਂ ਸੰਸਾਰ ਦੇ ਵਿੱਚ ਮਹਾਰਾਜ ਜੀਆਂ ਨੇ ਜਗਤ ਦਾ ਭਲਾ ਕਰਨ ਵਾਸਤੇ ਅਵਤਾਰ ਧਾਰਨਾ ਕੀਤਾ ਹੈ। ਸਤਿਗੁਰਾਂ ਦੇ ਅਵਤਾਰ ਧਾਰਨ ਦੀ ਖਬਰ ਜਿਹੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਸੰਗਤਾਂ ਵਿੱਚ ਪਹੁੰਚੀ ਹੈ। ਮਹਾਰਾਜ ਜੀਆਂ ਨੇ ਗੁਰਬਾਣੀ ਦੇ ਉਸ ਵੇਲੇ ਸ਼ਬਦ ਬਖਸ਼ਿਸ਼ ਕੀਤੇ ਅਤੇ ਇਸੇ ਤਰ੍ਹਾਂ ਇਹ ਵਡਿਆਈਆਂ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਸੰਗਤਾਂ ਨੇ ਵਧਾਈਆਂ ਦਿੱਤੀਆਂ। ਬੜੇ ਤਰ੍ਹਾਂ ਦੇ ਜਿਹੜੇ ਉਤਸਵ ਸਨ ਉਹ ਮਨਾਏ ਗਏ। ਛੇ ਹਲਟਾ ਖੂਹ ਮਹਾਰਾਜ ਜੀਆਂ ਨੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਉਸ ਜਗ੍ਹਾ ਦੇ ਉੱਪਰ ਲਵਾਇਆ। ਨਾਮ ਵੀ ਉਸ ਦਾ ਛਿਆਟਾ ਸਾਹਿਬ ਅੱਜ ਸੰਗਤਾਂ ਜਿਹੜੀਆਂ ਯਾਦ ਕਰਦੀਆਂ। ਛੇ ਹਲਟਾਂ ਵਾਲਾ ਖੂਹ ਲਵਾ ਕੇ ਮਹਾਰਾਜ ਨੇ ਇਸ ਇਲਾਕੇ ਦੇ ਪਾਣੀ ਦੀ ਦਿੱਕਤ ਜਿਹੜੀ ਹੈ, ਪਾਣੀ ਦੀ ਥੁੜ ਨੂੰ ਮਹਾਰਾਜ ਜੀਆਂ ਨੇ ਪੂਰਾ ਕੀਤਾ। ਭਾਈ ਗੁਰਦਾਸ ਜੀ ਬਚਨ ਲਿਖਦੇ ਪਏ, ਕਹਿਣ ਲੱਗੇ ਭਾਈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ, ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ, ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ। ਗੁਰੂ ਰਾਮਦਾਸ ਪਾਤਸ਼ਾਹ ਤੋਂ ਇਹ ਗੁਰਤਾ ਗੱਦੀ ਸੋਢੀਆਂ ਦੇ ਘਰ ਵਿੱਚ ਆਈ ਨਾ, ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਔਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਜੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ, ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ। ਜਿਹੜੇ ਇਸ ਵੇਲੇ ਗੁਰੂ ਪਾਤਸ਼ਾਹ ਅਵਤਾਰ ਲੈ ਕੇ ਆਏ ਨੇ, ਵੱਡਿਆਂ ਵੱਡਿਆਂ ਦਲਾਂ ਨੂੰ ਭੰਨਣ ਵਾਲੇ ਨੇ। 7,500 ਦੀ ਫੌਜ ਇੱਕ ਵਾਰੀ ਅੰਮ੍ਰਿਤਸਰ ਦੇ ਉੱਪਰ ਚੜ੍ਹ ਕੇ ਆਉਂਦੀ ਹੈ। ਮੁਗਲਸ ਖਾਨ ਨਾਮ ਦਾ ਪਠਾਨ ਲੈ ਕੇ ਆਉਂਦਾ ਹੈ। ਕੁਝ ਮਰ ਜਾਂਦੀ ਹੈ, ਕੁਝ ਮੈਦਾਨ ਵਿੱਚੋਂ ਦੌੜ ਜਾਂਦੀ ਹੈ। 15,000 ਦੀ ਗਿਣਤੀ ਦੀ ਫੌਜ ਜਲੰਧਰ ਤੋਂ ਚੜ੍ਹ ਕੇ ਚੱਲਦੀ ਹੈ। ਹਰਗੋਬਿੰਦ ਸਾਹਿਬ ਵਿੱਚ ਜਾ ਕੇ ਜੰਗ ਹੁੰਦਾ। ਹਰਗੋਬਿੰਦਪੁਰਾ ਨਾਮ ਦਾ ਨਗਰ ਹੈ। ਇਹਦੇ ਵਿੱਚ ਬਹੁਤੀ ਫੌਜ ਮਰਦੀ ਹੈ। ਘੇਰੜ ਭਗਵਾਨ ਦਾਸ ਵਰਗੇ ਮਰ ਜਾਂਦੇ, ਬਾਕੀ ਦੌੜ ਜਾਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਠਿੰਡੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ ਮਹਾਰਾਜ ਦੀ ਧਰਤੀ 'ਤੇ ਪਹੁੰਚੇ ਤੇ ਕਹਿਣ ਲੱਗੇ ਇੱਥੇ ਇੱਕ ਵੱਡਾ ਪਠਾਨ ਜਿਹੜਾ ਹੈ 35,000 ਦੀ ਵੱਡੀ ਫੌਜ ਲੈ ਕੇ ਮਹਾਰਾਜ ਦੇ ਉੱਪਰ ਹਮਲਾ ਕਰਦਾ। ਸਾਰੀ ਦੀ ਸਾਰੀ ਫੌਜ ਜਿਹੜੀ ਹੈ ਇਹ ਪਠਾਨ ਆਪਣੀ ਮਰਵਾ ਲੈਂਦਾ ਤੇ ਸਤਿਗੁਰੂ ਫਿਰ ਉੱਥੋਂ ਚੱਲ ਕੇ ਕਰਤਾਰਪੁਰ ਆ ਜਾਂਦੇ, ਜਲੰਧਰ ਦੇ ਨੇੜੇ। ਇੱਥੇ ਪੈਂਦੇ ਖਾਨ ਫਿਰ 75,000 ਦੀ ਗਿਣਤੀ ਦੀ ਵੱਡੀ ਫੌਜ ਲਿਆ ਕੇ ਮਹਾਰਾਜ 'ਤੇ ਹਮਲਾ ਕਰਦਾ। ਪੈਂਦੇ ਖਾਨ ਵੀ ਮਾਰਿਆ ਜਾਂਦਾ, ਉਹਦੀ ਫੌਜ ਵੀ ਮਾਰੀ ਜਾਂਦੀ ਹੈ। ਉਹਨਾਂ ਬਚਨਾਂ ਨੂੰ ਲਿਖਿਆ ਪਿਆ, ਕਹਿਣ ਲੱਗੇ ਦਲ ਭੰਜਨ ਗੁਰ ਸੂਰਮਾ। ਗੁਰੂ ਐਸਾ ਹੈ, ਵੱਡੇ ਵੱਡੇ ਦਲਾਂ ਨੂੰ ਖਤਮ ਕਰਨ ਵਾਲਾ ਹੈ। ਵੱਡ ਯੋਧਾ ਬਹੁ ਪਰਉਪਕਾਰੀ। ਜਿਹੜਾ ਯੋਧਾ ਹੋਇਆ ਕਰਦਾ ਨੇ ਉਹਦੇ ਵਿੱਚ ਯੋਧਿਆਂ ਵਾਲੇ ਤੇ ਗੁਣ ਹੁੰਦੇ, ਪਰਉਪਕਾਰ ਵਾਲੇ ਗੁਣ ਨਹੀਂ ਹੁੰਦੇ। ਪਰ ਗੁਰੂ ਐਸਾ ਯੋਧਾ ਹੈ, ਜਿੱਥੇ ਯੋਧਾ ਹੈ ਉੱਥੇ ਪਰਉਪਕਾਰੀ ਵੀ, ਬਖਸ਼ਿਸ਼ਾਂ ਵੀ ਕਰਦੇ। ਤੇ ਪਰਉਪਕਾਰ ਕੀਤਾ ਨਾ, ਮਾਤਾ ਸੁਲੱਖਣੀ ਆ ਕੇ ਕਹਿੰਦੀ ਪਈ ਹੈ ਨਾ, ਸਤਿਗੁਰੂ ਪੁੱਤਰ ਦੀ ਦਾਤ ਦੇ ਦਿਓ, ਇੱਕ ਪੁੱਤਰ ਚਾਹੀਦਾ। ਮਹਾਰਾਜ ਨੇ ਇੰਨੀ ਪ੍ਰਸੰਨਤਾ ਕੀਤੀ, ਇੰਨਾ ਪਰਉਪਕਾਰ ਕੀਤਾ ਵੀ ਇੱਕ ਦੀ ਜਗ੍ਹਾ ਤੇ 7 ਬਖਸ਼ਿਸ਼ ਕਰ ਦਿੱਤੇ। ਵੱਡ ਯੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ ਨਿਹਾਰੀ। ਇਹ ਬਚਨ ਭਾਈ ਗੁਰਦਾਸ ਜੀਆਂ ਨੇ ਲਿਖੇ ਆਪਣੀ ਬਾਣੀ ਦੇ ਅੰਦਰ।
ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਵਰ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਘਰ ਦੇ ਵਿੱਚ ਭਾਗ ਲਾਉਂਦੇ ਪਏ। ਗੁਰਮੁਖੋ ਇੱਥੇ ਹੀ ਬਸ ਨਹੀਂ, ਪ੍ਰਿਥੀ ਚੰਦ ਅਜੇ ਵੀ ਹਟਿਆ ਨਹੀਂ ਹੈ। ਜਦੋਂ ਪਤਾ ਲੱਗਾ ਵੀ ਸਤਿਗੁਰਾਂ ਦੇ ਘਰ ਸਾਹਿਬਜ਼ਾਦੇ ਨੇ ਜਨਮ ਲੈ ਲਿਆ, ਹੁਣ ਦੂਜੀਆਂ ਵਿਉਂਤਾਂ ਸ਼ੁਰੂ ਹੋ ਗਈਆਂ, ਇਹਨਾਂ ਦੇ ਘਰ ਵਿੱਚ ਜਨਮੇ ਬੱਚੇ ਨੂੰ ਹੀ ਮਾਰ ਦਿੱਤਾ ਜਾਵੇ। ਕਦੇ ਬ੍ਰਾਹਮਣ ਨੂੰ ਖਰੀਦਿਆ ਜਾਂਦਾ ਹੈ, ਜਿੰਨੇ ਪੈਸੇ ਚਾਹੀਦੇ ਮੰਗ ਮਿਲਣਗੇ, ਮਹਾਰਾਜ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਤੇ ਇਹ ਦਹੀਂ ਬੱਚੇ ਨੂੰ ਖਵਾ ਕੇ ਮਾਰ ਦੇ। ਜਦੋਂ ਦਹੀਂ ਖਵਾਉਣ ਵਾਸਤੇ ਬ੍ਰਾਹਮਣ ਪਹੁੰਚਿਆ ਨਾ, ਮਹਾਰਾਜ ਜੀ ਰੋਣ ਦੀ ਆਵਾਜ਼ ਕਰਦੇ ਪਏ। ਮਾਤਾ ਗੰਗਾ ਜੀ ਨੇ ਭੱਜ ਕੇ ਵੇਖਿਆ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਆ ਗਿਆ। ਕਹਿਣ ਲੱਗੇ ਰੋਂਦਾ ਕਿਉਂ ਪਿਆ ਹੈ? ਬ੍ਰਾਹਮਣ ਕਹਿੰਦਾ ਜੀ ਅੱਗੇ ਰੋਜ਼ ਦਹੀਂ ਤੇ ਬੜੇ ਨਜ਼ਾਰੇ ਆਨੰਦ ਦੇ ਨਾਲ ਖਾਂਦੇ, ਅੱਜ ਨਹੀਂ ਖਾਂਦੇ, ਰੋਣ ਦੀ ਆਵਾਜ਼ ਕਰਦੇ ਪਏ। ਸਤਿਗੁਰੂ ਪਾਤਸ਼ਾਹ ਜਾਣੀ ਜਾਣ ਨੇ ਮਹਾਰਾਜ ਸਾਹਿਬ ਜੀਆਂ ਦਾ ਇਹਦਾ ਝੂਠ ਫੜਨ ਵਾਸਤੇ ਉਸ ਵੇਲੇ ਉਹ ਦਹੀਂ ਜਿਹੜਾ ਸੀ ਨਾ ਛੋਟੇ ਜਿਹਾ ਭਾਂਡੇ ਵਿੱਚ ਪਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਇੱਕ ਛੋਟਾ ਜਿਹਾ ਪਿਸਤਾ ਕੁੱਤਾ ਮਹਾਰਾਜ ਦੇ ਚਰਨਾਂ ਦੇ ਕੋਲ ਬੈਠਾ ਰਹਿੰਦਾ। ਭਾਂਡੇ ਵਿੱਚ ਦਹੀਂ ਪਾ ਕੇ ਜਦੋਂ ਅੱਗੇ ਕੀਤਾ, ਉਹ ਕੁੱਤੇ ਨੇ ਦਹੀਂ ਤੇ ਖਾ ਲਿਆ, ਪਰ ਨਾਲ ਹੀ ਵਿਚਾਰਾ ਤੜਫਣ ਲੱਗ ਪਿਆ। ਉਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸਾਰੀ ਹਕੀਕਤ ਦਾ ਪਤਾ ਲੱਗਾ। ਇਹ ਜਿਹੜਾ ਬ੍ਰਾਹਮਣ ਹੈ, ਮਹਾਰਾਜ ਨੇ ਫਿਰ ਉਸ ਨੂੰ ਤਾੜ ਕੇ ਪੁੱਛਿਆ ਤੇ ਸਾਰੀ ਹਕੀਕਤ ਦੱਸ ਦਿੱਤੀ। ਮਹਾਰਾਜ ਤੁਹਾਡੇ ਭਰਾ ਨੇ ਮੈਨੂੰ ਜ਼ਹਿਰ ਪਾ ਕੇ ਤੁਹਾਡੇ ਪੁੱਤਰ ਨੂੰ ਦੇਣ ਵਾਸਤੇ ਆਖਿਆ ਹੈ। ਫਿਰ ਮਹਾਰਾਜ ਜੀਆਂ ਨੇ ਬਚਨ ਆਖਿਆ, ਕਹਿਣ ਲੱਗੇ ਬ੍ਰਾਹਮਣ ਜਿਵੇਂ ਇਹ ਵਿਚਾਰਾ ਬੇਜ਼ਬਾਨਾ ਜਾਨਵਰ ਤੜਫ ਤੜਫ ਕੇ ਮਰਿਆ, ਤੇਰੀ ਮੌਤ ਵੀ ਇਸੇ ਤਰ੍ਹਾਂ ਹੀ ਹੋਵੇਗੀ, ਤੂੰ ਵੀ ਇਸੇ ਤਰ੍ਹਾਂ ਮਰਨਾ ਹੈ। ਮਹਾਰਾਜ ਦੇ ਚਰਨਾਂ ਤੇ ਢਹਿ ਕੇ ਮਾਫੀ ਮੰਗਦਾ, ਮਹਾਰਾਜ ਮਾਫ ਕਰ ਦਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਗੱਲ ਤੈਨੂੰ ਪ੍ਰਿਥੀ ਚੰਦ ਦੇ ਸਾਹਮਣੇ ਕਹਿਣੀ ਪਵੇਗੀ। ਪ੍ਰਿਥੀ ਚੰਦ ਦੇ ਸਾਹਮਣੇ ਫਿਰ ਗਵਾਹੀ ਦਿੰਦਾ ਪਿਆ ਵੀ ਇਹਨੇ ਮੈਨੂੰ ਭੇਜਿਆ ਹੈ। ਹੁਣ ਪ੍ਰਿਥੀ ਚੰਦ ਵੇਖਦਾ ਹੈ ਤੇ ਬਚ ਗਏ ਨੇ। ਹੁਣ ਇੱਕ ਦਾਈ ਜਿਹੜੀ ਹੈ ਖੜਾਉਣ ਵਾਲੀ, ਦੁੱਧ ਪਿਲਾਉਣ ਵਾਲੀ, ਫਿਰ ਉਹਨੂੰ ਲੱਭ ਕੇ ਲਿਆਂਦਾ, ਉਹਨੂੰ ਪੈਸੇ ਦੇ ਕੇ ਆਖਿਆ ਤੂੰ ਆਪਣੇ ਸਰੀਰ ਦੇ ਨਾਲ ਜ਼ਹਿਰ ਲਾ ਕੇ ਇਸ ਬੱਚੇ ਨੂੰ ਜ਼ਹਿਰ ਦੇ ਕੇ ਮਾਰ ਦੇ। ਜਦੋਂ ਉਹ ਦਾਈ ਜ਼ਹਿਰ ਲਾ ਕੇ ਆਪਣੇ ਸਰੀਰ ਨੂੰ ਆਈ ਨਾ ਦੁੱਧ ਪਿਲਾਉਣ ਵਾਸਤੇ, ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਨੇ ਉਸ ਦਾਈ ਦੇ ਪ੍ਰਾਣ ਹੀ ਕੱਢ ਦਿੱਤੇ, ਜਾਨ ਹੀ ਕੱਢ ਦਿੱਤੀ ਹੈ, ਮਰ ਕੇ ਜਿਹੜੀ ਹੈ ਪਰਲੋਕ ਨੂੰ ਚਲੇ ਗਈ ਹੈ। ਇੱਥੇ ਹੀ ਬਸ ਨਹੀਂ, ਫਿਰ ਇੱਕ ਸਪੇਰੇ ਨੂੰ ਖਰੀਦਿਆ ਗਿਆ, ਮੂੰਹੋਂ ਮੰਗੀ ਰਕਮ ਦੇ ਕੇ ਜ਼ਹਿਰੀਲਾ ਨਾਗ ਉਹਦੇ ਦੁਆਰਾ ਮੰਗਵਾ ਕੇ, ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਖੇਡਦੇ ਸਨ ਉੱਥੇ ਉਹ ਜ਼ਹਿਰੀਲਾ ਸੱਪ ਛੱਡਿਆ ਗਿਆ ਵੀ ਇਹ ਸੱਪ ਡੰਗ ਮਾਰੇਗਾ ਤੇ ਇਹ ਮਰ ਜਾਣਗੇ। ਜਦੋਂ ਸੱਪ ਮਹਾਰਾਜ ਜੀਆਂ ਦੇ ਕੋਲ ਆਇਆ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਛੋਟੇ ਜਿਹੇ ਹੱਥਾਂ ਦੇ ਨਾਲ ਉਹ ਸੱਪ ਦੀ ਫੰਦ ਨੂੰ ਹੀ ਫੜ ਲਿਆ, ਸਿਰੇ ਨੂੰ ਹੀ ਫੜ ਲਿਆ ਤੇ ਸਿਰ ਨੂੰ ਮਾਰ ਮਾਰ ਕੇ ਧਰਤੀ ਤੇ ਉਹ ਸੱਪ ਦੇ ਪ੍ਰਾਣ ਕੱਢ ਦਿੱਤੇ। ਐਸੀਆਂ ਘਟਨਾਵਾਂ ਮਹਾਰਾਜ ਦੇ ਬਚਪਨ ਵਿੱਚ ਹੀ ਹੋਈਆਂ, ਜਿਹੜੀਆਂ ਕਿ ਸਾਰੀਆਂ ਪ੍ਰਿਥੀ ਚੰਦ ਨੇ ਕਰਵਾਈਆਂ। ਕਦੇ ਤੇ ਕਹਿੰਦਾ ਵੀ ਮੇਰਾ ਸ਼ਰਾਫ ਹੈ, ਇਹਨਾਂ ਦਾ ਜਨਮ ਨਹੀਂ ਹੋਣਾ, ਜਨਮ ਹੋ ਜਾਂਦਾ। ਕਦੇ ਬ੍ਰਾਹਮਣ ਸੱਦਿਆ ਜਾਂਦਾ ਜ਼ਹਿਰ ਪਾਉਣ ਵਾਸਤੇ, ਕਦੇ ਦਾਈ ਬੁਲਾਈ ਜਾਂਦੀ ਹੈ, ਕਦੇ ਸੱਪ ਛੱਡੇ ਜਾਂਦੇ। ਯਤਨ ਤੇ ਬੜੇ ਕੀਤੇ ਪਰ ਕੋਈ ਵੀ ਯਤਨ ਕਾਮਯਾਬ ਨਹੀਂ ਹੋਇਆ। ਮਹਾਰਾਜ ਕਹਿਣ ਲੱਗੇ ਜਿਸ ਦਾ ਤੂੰ ਰਖਵਾਲਾ ਮਾਰੈ ਤਿਸੈ ਕੌਣ, ਜਿਹਦਾ ਰੱਖਿਆ ਤੂੰ ਕਰੇ ਉਹਨੂੰ ਮਾਰ ਕੌਣ ਸਕਦਾ ਹੈ। ਐਸੇ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦਾ ਅੱਜ ਪ੍ਰਕਾਸ਼ ਦਿਹਾੜਾ ਪ੍ਰਾਪਤ ਹੋ ਰਿਹਾ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਮਹਾਰਾਜ ਕਿਰਪਾ ਕਰਨ, ਮਨ ਦੀਆਂ ਕਾਮਨਾਵਾਂ ਸੰਗਤਾਂ ਦੀਆਂ ਜੋ ਜੋ ਭਾਵਨਾ ਦੇ ਨਾਲ ਕੋਈ ਆਇਆ ਉਹਦੀਆਂ ਪੂਰੀਆਂ ਕਰਨ। ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲੋ। ਪੱਬੇ ਭੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ, ਗੁਰ ਪ੍ਰਸਾਦੀ ਆਪੋ ਚੀਨੈ ਜੀਵਤਿਆਂ ਇਵ ਮਰੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦਾ ਅੱਜ ਪ੍ਰਕਾਸ਼ ਦਿਹਾੜਾ ਪ੍ਰਾਪਤ ਹੋ ਰਿਹਾ ਤੇ ਇਸ ਦੇ ਸੰਬੰਧ ਵਿੱਚ ਆਪਣੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਚੱਲ ਰਹੇ ਨੇ। 9 ਵਜੇ ਭੋਗ ਦੇ ਸ਼ਲੋਕ ਸ਼ੁਰੂ ਹੋਣਗੇ, 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਸਮਾਪਤੀ ਹੋਵੇਗੀ। ਉਪਰੰਤ ਆਪਣੇ ਦਰਬਾਰ ਦੇ ਵਿੱਚ ਗੁਰਬਾਣੀ ਦੇ ਕੀਰਤਨ ਅਤੇ ਢਾਡੀ ਜਥੇ ਆਪ ਸੰਗਤਾਂ ਨੂੰ ਗੁਰੂ ਦਾ ਜਸ ਸਰਵਣ ਕਰਵਾਉਣ ਵਾਸਤੇ ਪਹੁੰਚ ਰਹੇ ਹਨ। ਆਪ ਸੰਗਤਾਂ ਵਾਸਤੇ ਮਿੱਸੇ ਪ੍ਰਸ਼ਾਦਿਆਂ ਦੇ ਲੰਗਰ, ਦਹੀਂ ਲੱਸੀ ਦੇ ਲੰਗਰ ਜਿਹੜੇ ਹਨ ਉਹ ਤਿਆਰ ਕੀਤੇ ਜਾ ਰਹੇ ਨੇ। ਜਿਨ੍ਹਾਂ ਸੰਗਤਾਂ ਨੇ ਘਰ ਵਿੱਚੋਂ ਪ੍ਰਸ਼ਾਦਾ ਬਣਾ ਕੇ ਲੈ ਕੇ ਆਉਣਾ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਸੰਗਤਾਂ ਘਰਾਂ ਵਿੱਚੋਂ ਵੀ ਪ੍ਰਸ਼ਾਦਾ ਲਿਆ ਸਕਦੇ ਹੋ। 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਦੀਵਾਨ ਗੁਰੂ ਘਰ ਦੇ ਵਿੱਚ ਚੱਲਣਗੇ।
ਨਾਲ ਬੇਨਤੀ ਹੈ ਕਿ ਬੱਚਿਆਂ ਦੀਆਂ ਕਲਾਸਾਂ ਗੁਰਮਤਿ ਦੀਆਂ ਆਪਣੇ ਗੁਰੂ ਘਰ ਵਿਖੇ ਲੱਗ ਰਹੀਆਂ ਨੇ। 10 ਵਜੇ ਤੋਂ 2 ਵਜੇ ਦਾ ਸਮਾਂ ਹੈ। ਆਪਣੇ ਬੱਚਿਆਂ ਨੂੰ ਸੋ ਗੁਰੂ ਘਰ ਭੇਜਣ ਦੀ ਕਿਰਪਾਲਤਾ ਕਰੋ। ਅੱਜ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਕਰਕੇ ਛੁੱਟੀ ਹੈ ਅਤੇ ਇਹ ਲਗਾਤਾਰ ਹੀ ਕਲਾਸਾਂ ਅੱਗੇ ਤੋਂ ਲੱਗਿਆ ਕਰਨਗੀਆਂ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ